ਅੱਜ ਵਿਦਿਆਰਥੀ ਇਨਸਾਫ ਸਾਂਝੇ ਮੋਰਚੇ ਦੀ ਬਹੁਤ ਵੱਡੀ ਜਿੱਤ ਹੋਈ ਆ। ਇਹ ਜਿੱਤ ਦਾ ਸਿਹਰਾ ਸਾਡੇ ਸਾਂਝੇ ਮੋਰਚੇ ਨੂੰ ਜਾਂਦਾ, ਜਿਹੜੇ ਸਾਂਝੇ ਮੋਰਚੇ ਦੇ ਵਿੱਚ ਅੰਮ੍ਰਿਤਸਰ ਫਤਿਹ ਦੇ ਵਾਈਸ ਪ੍ਰਧਾਨ ਲਖਵੀਰ ਸੌਂਟੀ ਜੀ, ਰਵਿੰਦਰ ਸਿੰਘ ਖਾਲਸਾ ਜੀ, ਭਗਰਾਣਾ ਸਾਹਿਬ, ਸ਼ਰਦ ਸਿੰਘ ਲੰਬੜਦਾਰ ਜੀ ਤੇ ਸਾਡੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ, ਸ਼੍ਰੋਮਣੀ ਅਕਾਲੀ ਦਲ ਦਾ ਤੇ ਲੰਬੜਦਾਰ ਯੂਨੀਅਨ ਦਾ, ਜਿਹੜੇ ਵੀ ਇਸ ਧਰਨੇ ਦੇ ਵਿੱਚ ਸਾਂਝੇ ਮੋਰਚੇ ਵਿੱਚ ਸ਼ਾਮਲ ਹੋ ਕੇ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਹੱਕ ਸੱਚ ਦੀ ਲੜਾਈ ਲੜਨ ਵਾਸਤੇ, ਹੱਕ ਸੱਚ ਦੇ ਉੱਪਰ ਪਹਿਰਾ ਦੇਣ ਵਾਸਤੇ, ਜੋ ਕਸ਼ਮੀਰੀ ਕੁੜੀਆਂ ਨਾਲ, ਲੜਕੀਆਂ ਨਾਲ, ਸਾਡੀ ਭੈਣਾਂ ਨਾਲ, ਪੰਜਾਬ ਦੀ ਕੁੜੀਆਂ ਸੀ, ਅਰੁਣਾਚਲ ਪ੍ਰਦੇਸ਼ ਦੀ ਕੁੜੀਆਂ ਸੀ, ਉਹਨਾਂ ਸਾਰਿਆਂ ਨਾਲ ਧੱਕਾ ਕੀਤਾ, ਜ਼ਬਰ ਜ਼ੁਲਮ ਕੀਤਾ ਗਿਆ। ਇੱਥੇ ਦੀ ਦੇਸ਼ ਭਗਤ ਯੂਨੀਵਰਸਿਟੀ ਦੇ ਰਾਹੀਂ ਉਹਦੇ ਵਾਈਸ ਚਾਂਸਲਰ ਵੱਲੋਂ, ਉਹਨਾਂ ਦੇ ਬਾਉਂਸਰਾਂ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਕੁਝ ਮੁਲਾਜ਼ਮ ਵੀ ਸੀਗੇ, ਉਹਨਾਂ ਵੱਲੋਂ ਧੱਕਾ ਕੀਤਾ ਤੇ ਉੱਥੋਂ ਇਹਨਾਂ ਨੂੰ ਕੱਢ ਕੇ ਬਾਹਰ ਯੂਨੀਵਰਸਿਟੀ ਦੇ ਬਾਹਰ ਛੱਡਤਾ ਤੇ ਮੋਰਚਾ ਸ਼ੁਰੂ ਹੋਇਆ। ਜਥੇਦਾਰ ਸਾਹਿਬ ਨੂੰ ਲਾਇਆ, ਅਸੀਂ ਉਹ 'ਚ ਸਾਰੇ ਸ਼ਾਮਲ ਹੋਏ ਤੇ ਮੋਰਚਾ ਇੱਕ ਵੱਡੀ ਸ਼ਕਤੀ ਬਣਿਆ ਕਿ 16 ਤਰੀਕ ਨੂੰ ਜਦੋਂ ਮੋਰਚਾ ਚੱਲ ਰਿਹਾ, 16 ਤਰੀਕ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਸੈਕਟਰੀ ਨਰਸਿੰਗ ਹੋਰ ਪੁਲਿਸ ਪ੍ਰਸ਼ਾਸਨ ਦੇ ਅਫਸਰ ਸਾਹਿਬਾਨ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਆਏ। ਉਹਨਾਂ ਨੇ ਲੜਕੀਆਂ ਨੂੰ ਕੱਲੀ ਲੜਕੀ ਨਾਲ ਗੱਲ ਕਰਕੇ, ਅੱਡ ਕਰਕੇ ਉਹਨਾਂ ਨੂੰ ਇਸ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਲੜਕੀਆਂ ਬੜੀ ਸੁਚੇਤ ਸੀਗੀਆਂ ਤੇ ਮੋਰਚੇ ਦਾ ਫੈਸਲਾ ਕੀਤਾ ਸੀਗਾ ਕਿ ਜਿਹੜਾ ਵੀ ਗੱਲ ਕਰੂਗਾ ਇਸ ਮੋਰਚੇ ਵਿੱਚ ਆ ਗੱਲ ਕਰੇ, ਕੋਈ ਚੋਰ ਮੋਰ ਰਾਹੀਂ ਗੱਲ ਨਾ ਕਰੇ, ਤਾਂ ਮੋਰਚੇ ਵਿੱਚ ਆ ਗੱਲ ਕਰੇ। ਸੋ ਪ੍ਰਸ਼ਾਸਨ ਨੇ ਇਹ ਠੀਕ ਨਹੀਂ ਸਮਝਿਆ, ਉਹ ਆਪਣੀ ਹੈਂਕੜਬਾਜ਼ੀ ਚੋਂ ਲੰਘ ਗਏ, ਉਰੋਂ ਚਲੇ ਗਏ ਤੇ ਸਾਨੂੰ ਲੜਕੀਆਂ ਨੂੰ ਆਪਣੇ ਭਵਿੱਖ ਦੇ ਪ੍ਰਤੀ ਬੜੇ ਘਬਰਾ ਗਈਆਂ। ਉਹਨਾਂ ਵਿੱਚੋਂ 5 ਲੜਕੀਆਂ ਬੇਹੋਸ਼ ਹੋ ਗਈਆਂ ਤੇ ਤੁਰੰਤ ਉਹਨਾਂ ਨੂੰ ਹਸਪਤਾਲ ਐਡਮਿਟ ਕਰਾਉਣਾ ਪਿਆ। ਇੱਕ ਮੁੰਡਾ ਬੇਹੋਸ਼ ਹੋ ਗਿਆ ਤੇ ਅਸੀਂ ਹਾਈਵੇ ਤੇ ਧਰਨਾ ਲਾਇਆ। ਅਸੀਂ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਜਿੱਥੇ ਕਾਲ ਕੀਤੀ, ਅਮਲੋਹ ਹਲਕੇ ਦੀ ਸੰਗਤ ਨੂੰ ਲਾਈਵ ਹੋ ਕੇ ਬੁਲਾਇਆ ਵੀ ਧਰਮ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਅੱਜ ਉਹ ਹਾਈਵੇ ਜਾਮ ਕੀਤਾ, ਇਹਦੇ ਵਿੱਚ ਸ਼ਾਮਲ ਹੋ ਗਏ। ਲੋਕ ਬਹੁਤ ਵੱਡੀ ਗਿਣਤੀ ਸ਼ਾਮਲ ਹੋਏ, ਜਿਵੇਂ ਸਾਡੇ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨੂੰਵਾਲਾ ਜੀ, ਤਾਂ ਉਹਨਾਂ ਨਾਲ ਗੱਲ ਹੋਈ ਪ੍ਰਧਾਨ ਜੀ ਦੀ, ਸੌਂਟੀ ਸਾਹਿਬ ਦੀ, ਤੇ ਮੇਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲ ਹੋਈ, ਬਿਕਰਮ ਸਿੰਘ ਮਜੀਠੀਆ ਨਾਲ ਗੱਲ ਹੋਈ। ਉਹਨਾਂ ਨੇ ਜਦੇ ਸੁਖਬੀਰ ਸਿੰਘ ਬਾਦਲ ਜੀ ਨੇ ਡੀਜੀਪੀ ਪੰਜਾਬ ਨਾਲ ਗੱਲ ਕੀਤੀ, ਐਸਐਸਪੀ ਫਤਿਹਗੜ੍ਹ ਸਾਹਿਬ ਨਾਲ ਗੱਲ ਕੀਤੀ ਕਿ ਤੁਰੰਤ ਬੱਚਿਆਂ ਨੂੰ ਇਨਸਾਫ ਹੋਵੇ, ਪਰਚਾ ਕੈਂਸਲ ਹੋਵੇ ਤੇ ਦੇਸ਼ ਭਗਤ ਯੂਨੀਵਰਸਿਟੀ ਉੱਪਰ ਪਰਚਾ ਹੋਣਾ ਚਾਹੀਦਾ। ਮੋਰਚਾ ਲੱਗਿਆ, ਪ੍ਰਸ਼ਾਸਨ ਨੂੰ ਸਾਂਝੇ ਮੋਰਚੇ 'ਚ ਝੁਕਣਾ ਪਿਆ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਧੌਣ 'ਚੋਂ ਕੀਲਾ ਕੱਢਿਆ ਤੇ ਉਹਨਾਂ ਨੇ ਜਦੇ ਅੱਧੇ ਘੰਟੇ ਬਾਅਦ ਅਨਾਉਂਸ ਕੀਤਾ ਕਿ ਜਿਹੜੀ ਬੱਚਿਆਂ ਦੇ ਖਿਲਾਫ 16 ਲੜਕੀਆਂ ਦੇ ਖਿਲਾਫ ਐਫਆਈਆਰ ਦਰਜ ਹੋਈ ਸੀ, ਜਿਹਦੇ ਵਿੱਚ ਲੜਕਿਆਂ ਦਾ ਨਾਂ ਸੀ, ਜਿਹੜੇ ਇਹ ਮੋਰਚੇ ਸ਼ਾਮਲ ਸੀ, ਉਹਨਾਂ ਦੀ ਐਫਆਈਆਰ ਕੈਂਸਲ ਕੀਤੀ ਗਈ ਤੇ ਜੋ ਦੇਸ਼ ਭਗਤ ਯੂਨੀਵਰਸਿਟੀ ਦੇ ਖਿਲਾਫ ਲੜਕੀਆਂ ਵੱਲੋਂ ਇੱਕ ਕੰਪਲੇਂਟ ਇੱਥੇ ਐਸਐਸਪੀ ਦੇ ਦਫ਼ਤਰ ਭੇਜੀ ਗਈ ਸੀ, ਉਹਦੀ ਕਾਰਵਾਈ ਹੁੰਦੀ ਹੋਈ ਦੇਸ਼ ਭਗਤ ਯੂਨੀਵਰਸਿਟੀ ਦੇ ਮਾਲਕ ਜੋਰਾ ਸਿੰਘ, ਉਹਦੇ ਸਾਰੇ ਸਟਾਫ ਦੇ ਉੱਪਰ, ਉਹਨਾਂ ਦੇ ਉੱਪਰ ਤਕਰੀਬਨ 16 ਬੰਦਿਆਂ ਉੱਪਰ ਪਰਚਾ ਦਰਜ ਹੋਇਆ ਤੇ 32 ਉਹਨਾਂ ਦੇ ਅਣਪਛਾਤੇ ਜੋ ਮੁਲਾਜ਼ਮ ਸੀਗੇ ਜਾਂ ਪੁਲਿਸ ਮੁਲਾਜ਼ਮ ਸੀ, ਉਹਨਾਂ ਉੱਪਰ 32 ਬੰਦਿਆਂ ਉੱਪਰ ਅਣਪਛਾਤੇ ਪਰਚਾ ਦਰਜ ਹੋਇਆ। ਕੁਝ ਧਾਰਾ ਰਹਿ ਗਈਆਂ ਜਿਹਦੇ ਵਿੱਚ ਲੜਕੀਆਂ ਦਾ ਹਿਜਾਬ ਪਾੜਿਆ ਗਿਆ, ਖਿੱਚੇ ਗਏ, ਲੜਕੇ ਚੁੰਨੀਆਂ ਖਿੱਚੀਆਂ ਗਈਆਂ, ਬੱਚਿਆਂ ਦੇ ਸਿਰ ਪਾੜੇ ਗਏ। ਉਹ 295 ਦੀ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਕਿ ਉਹ ਧਾਰਾ ਲੱਗਣੀ ਚਾਹੀਦੀ ਆ ਤੇ ਜਿਹੜੇ ਬਾਉਂਸਰਾਂ ਨੇ, ਜਿਹੜੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੇ ਬੱਚਿਆਂ ਲੜਕੀਆਂ ਨੂੰ ਕੁੱਟਿਆ, ਉਹਨਾਂ ਨੂੰ ਇਸ ਪਰਚੇ 'ਚ ਜੋ ਪਰਚਾ ਦਰਜ ਹੋਇਆ 420 ਦਾ ਕੁੱਟਣ ਵਾਲਾ, ਉਹਦੇ ਵਿੱਚ ਸ਼ਾਮਲ ਕਰਨਾ ਚਾਹੀਦਾ। ਦੂਜੀ ਗੱਲ ਰਹੀ, ਤੀਜੀ ਮੰਗ ਕੀ ਸੀ? ਦੇਖੋ, ਇਹ 2 ਮੰਗਾਂ ਸਾਡੀਆਂ ਮੋਰਚੇ ਦੀ ਬਹੁਤ ਵੱਡੀ ਜਿੱਤਾ ਤੇ ਤੀਜੀ ਮੰਗ ਅਸੀਂ ਇਹ ਰੱਖੀ ਸੀ ਕਿ ਜਿਹੜੀਆਂ ਲੜਕੀਆਂ, ਬੱਚੇ ਨੇ ਜਿਨ੍ਹਾਂ ਦਾ 2020 'ਚ ਐਡਮਿਸ਼ਨ ਹੋਈ ਸੀ ਬੈਚ ਦੀ, ਜਿਹਦੇ ਇਹਨੂੰ ਲਾਲ ਸਿੰਘ ਮੈਮੋਰੀਅਲ ਨਰਸਿੰਗ ਕਾਲਜ ਨੂੰ, ਜਿਹਦੇ ਵਿੱਚ ਇਹਨਾਂ ਨੇ ਐਡਮਿਸ਼ਨ ਕੀਤੀ ਸੀ ਸੈਕਸ਼ਨ ਕਹਿ ਕੇ, ਤੇ ਜਦੋਂ ਬੱਚਿਆਂ ਨੇ ਪਤਾ ਕੀਤਾ ਤਾਂ ਉਹਦੀ ਐਫੀਲੀਏਸ਼ਨ 2021 'ਚ ਹੋਈ ਸੀ, ਐਡਮਿਸ਼ਨ 2020 'ਚ ਕਰਤੀ ਤੇ ਉਹਦੀ ਐਫੀਲੀਏਸ਼ਨ 2021 'ਚ ਹੋਈ। ਦੇਖੋ ਕਿੱਡਾ ਵੱਡਾ ਫਰਾਡ, ਕਿੱਡਾ ਵੱਡਾ ਧੱਕਾ ਵੀ ਐਡਮਿਸ਼ਨ 1 ਸਾਲ ਪਹਿਲਾਂ ਹੋ ਗਈ ਤੇ ਐਫੀਲੀਏਸ਼ਨ 1 ਸਾਲ ਬਾਅਦ ਮਿਲੀ ਆ। ਜਦ ਬੱਚਿਆਂ ਨੇ ਗੱਲ ਕੀਤੀ ਤੇ ਇਹ ਸਾਡੀ ਮੇਨ ਮੰਗ ਸੀ। ਸੋ ਸਾਡਾ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨਹੀਂ ਆਇਆ, ਜਿਹਨੂੰ ਬੰਦੇ ਨੂੰ ਪਿਛਲੇ 2 ਟਰਮਾਂ 'ਚ ਇਸ ਹਲਕੇ ਨੇ ਨੁਮਾਇੰਦਗੀ ਦਿੱਤੀ, ਜਿਹਨੂੰ ਐਮਐਲਏ ਬਣਾਇਆ, ਖੇਤੀਬਾੜੀ ਮੰਤਰੀ ਬਣਾਇਆ ਕਾਕਾ ਰਣਦੀਪ ਸਿੰਘ, ਉਹਦਾ ਕੋਈ ਇੱਕ ਬਿਆਨ ਤੱਕ ਨਹੀਂ ਆਇਆ। ਕਦੇ ਬੱਚਿਆਂ ਕੋਲ ਆ ਕੇ ਉਹਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਨਾਲ ਕੀ ਧੱਕਾ ਹੋਇਆ। ਮੈਂ ਉਹ ਨੁਮਾਇੰਦਗੀ 10 ਸਾਲ ਕੀਤੀ ਆ ਉਹਨੇ, ਉਹਦੀ ਮੰਤਰੀ ਰਿਹਾ, ਉਹਨੇ ਪੁੱਛਣ ਦੀ ਉਰੇ, ਕਿਉਂਕਿ ਇਹ ਸਾਰੇ ਦੇਸ਼ ਭਗਤ ਯੂਨੀਵਰਸਿਟੀ ਨਾਲ ਮਿਲੇ ਹੋਏ ਨੇ। ਉਹ ਤੋਂ ਆਮ ਆਦਮੀ ਪਾਰਟੀ ਸਰਕਾਰ, ਜਿਹੜੀ ਭਗਵੰਤ ਮਾਨ ਕਹਿੰਦਾ ਸੀਗਾ ਕਿ ਸਰਕਾਰ ਸੱਚ ਤੋਂ ਚੱਲੂਗੀ, ਸਰਕਾਰ ਲੋਕਾਂ ਦੀ ਕਚਹਿਰੀ ਚੱਲੂਗੀ, ਲੋਕਾਂ ਦੇ ਘਰਾਂ ਚੱਲੂਗੀ, ਰਕਸ਼ੇ ਵਾਲੀ ਰੇਹੜੀ ਤੋਂ ਚੱਲੂਗੀ,
ਕਾਲਜਾਂ 'ਚ ਚੱਲੂਗੀ, ਯੂਨੀਵਰਸਿਟੀ 'ਚ ਚੱਲੂਗੀ। ਤੁਹਾਡੇ ਸਾਹਮਣੇ ਸਾਡੀਆਂ ਭੈਣਾਂ, ਨੌਜਵਾਨ ਵੀਰ ਬੁਰੀ ਤਰ੍ਹਾਂ ਕੁੱਟੇ ਗਏ। ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਉਰੇ ਸਾਰ ਲੈਣ ਵਾਸਤੇ ਨਹੀਂ ਆਇਆ, ਕੋਈ ਪੁੱਛਣ ਵਾਸਤੇ ਨਹੀਂ ਆਇਆ, ਕੋਈ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਨਹੀਂ ਆਇਆ। ਜੇ ਆਏ ਨੇ ਤਾਂ ਚੋਰ ਮੋਰੀਆਂ ਦੇ ਰਾਹੀਂ ਰਾਤ ਨੂੰ ਲੜਕੀਆਂ ਦੋ ਨੂੰ ਲੈ ਕੇ ਚਲੇ ਗਏ। ਕਿਸੇ ਦੇ ਪੇਰੈਂਟਸ ਨੂੰ ਬੁਲਾ ਲਿਆ, ਕਿਸੇ ਆਗੂ ਆ ਗਿਆ, ਉਹਦੇ ਰਾਹੀਂ ਬੱਚਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਮੈਂ ਧੰਨਵਾਦ ਕਰਨਾ ਚਾਹੁੰਦਾ ਇਹ ਸਾਰੀਆਂ ਲੜਕੀਆਂ ਦੀ ਭੈਣਾਂ ਭਰਾਵਾਂ ਦਾ ਕਿ ਜਿਨ੍ਹਾਂ ਨੇ ਇਹ ਮੋਰਚੇ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ, ਇਕਜੁੱਟ ਰਹੀਆਂ। ਤੇ ਅਸੀਂ ਨੂੰ ਕਿਹਾ ਜੇ ਤੁਹਾਨੂੰ ਕੋਈ ਆ ਕੇ ਗੱਲ ਕਰਦਾ ਤੁਸੀਂ ਗੱਲ ਕਰੋ, ਅਸੀਂ ਗੱਲ ਤੋਂ ਨਹੀਂ ਰੋਕਦੇ। ਅਸੀਂ ਨਾ ਗੱਲ ਤੋਂ ਰੋਕਿਆ ਨਾ ਰੋਕਦੇ ਸੀ। ਇਹਨਾਂ ਦੇ ਕੋਲੇ ਜਦੋਂ ਸਰਕਾਰ ਨੂੰ ਪਤਾ ਲੱਗਿਆ, ਅਸੀਂ ਪਰਸੋਂ ਪ੍ਰੈਸ ਕਾਨਫਰੰਸ ਕੀਤੀ 19 ਤਰੀਕ ਨੂੰ। ਅਸੀਂ 21 ਤਰੀਕ ਦਾ ਸਮਾਂ ਦਿੱਤਾ ਕਿ 21 ਤਰੀਕ ਨੂੰ ਅਸੀਂ ਸਾਰਾ ਹਾਈਵੇ ਜਾਮ ਕਰਾਂਗੇ। ਪੰਜਾਬ ਦੀ ਯੂਨੀਵਰਸਿਟੀਆਂ ਦੇ ਵਿੱਚੋਂ, ਕਾਲਜਾਂ ਦੇ ਵਿੱਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਡੇ ਪੱਧਰ ਤੇ ਮੁਸਲਮਾਨ ਭਾਈਚਾਰਾ ਜਿੱਥੋਂ ਮਲੇਰਕੋਟਲੇ ਤੋਂ ਆਇਆ, ਸਾਡੇ ਬੀਬੀ ਜੀ ਬੈਠੇ ਨੇ, ਹੋਰ ਬਾਹਰੋਂ ਸਾਰੀ ਆਗੂ ਸਾਹਿਬਾਨ ਪਹੁੰਚੇ। ਉਹਨਾਂ ਨੂੰ ਵੱਡਾ ਇਕੱਠ ਕਰਕੇ ਰੋਕਣਾ ਸੀ ਉਰੇ ਸੀ। ਪਰ ਕੱਲ ਸ਼ਾਮ ਨੂੰ ਇੱਥੇ ਐਮਐਲਏ, ਇੱਥੇ ਪ੍ਰਸ਼ਾਸਨ, ਇੱਕ ਸਾਡੇ ਮੋਰਚੇ ਆਏ ਨਹੀਂ ਹੈ ਗੱਲ ਕਰਨ। ਸਾਡੇ ਜਾਣ ਤੋਂ ਬਾਅਦ ਲੁਕ ਕੇ ਚੋਰੀ ਇੱਥੇ ਆਏ ਤੇ ਬੱਚਿਆਂ ਨਾਲ ਗੱਲ ਕੀਤੀ। ਸਾਨੂੰ ਲੜਕੀਆਂ ਦਾ ਫੋਨ ਆਇਆ ਵੀ ਅਸੀਂ ਗੱਲ ਕਰੀਏ, ਪਰ ਬਾਬਾ ਜੀ ਤੇ ਅਸੀਂ ਫੈਸਲਾ ਕੀਤਾ ਵੀ ਤੁਸੀਂ ਗੱਲ ਕਰੋ। ਜੇ ਕੋਈ ਸਰਕਾਰ ਦਾ ਨੁਮਾਇੰਦਾ ਆਉਂਦਾ ਉਹਨੂੰ ਗੱਲ ਕਰਨੀ ਚਾਹੀਦੀ ਆ। ਗੱਲ ਕੀ ਕੀਤੀ ਉਹਨਾਂ ਨੇ ਆ ਚਿੱਠੀ ਕੱਢੀ ਆ ਇੱਕ। ਧਰਨਾ ਤੋਂ ਬਾਅਦ 15-16 ਸਤੰਬਰ ਨੂੰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਜਾਂਚ ਕੀਤੀ ਗਈ, ਜਿਸ ਵਿੱਚ ਸੀਟਾਂ ਭਰਨ ਦਾ ਕੰਮ ਗੈਰ ਕਾਨੂੰਨੀ ਪਾਇਆ ਗਿਆ। ਜੋ ਅਸੀਂ ਕਹਿ ਰਹੇ ਸੀ, ਅਸੀਂ ਪਹਿਲਾਂ ਕਹਿ ਰਹੇ ਸੀ, ਸਰਕਾਰ ਨੇ ਬਾਅਦ ਚ ਕਿਹਾ। ਸਰਕਾਰ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ 5 ਕਰੋੜ ਰੁਪਏ ਫੰਡ ਜ਼ਬਤ ਕਰਨ ਦਾ ਹੁਕਮ ਦਿੱਤਾ ਤੇ ਉਹ ਬੱਚੀਆਂ 'ਚ 10-10 ਲੱਖ ਰੁਪਏ ਵੰਡਣਾ, ਜੋ ਉਹਨਾਂ ਨੇ ਕਿਹਾ। ਨਰਸਿੰਗ ਵਿਦਿਆਰਥੀਆਂ ਤੱਕ ਆ, ਉਹਨਾਂ ਨੂੰ ਪ੍ਰਤੀ ਵਿਦਿਆਰਥੀ 10-10 ਲੱਖ ਰੁਪਏ ਦਾ ਹੁਕਮ ਜਾਰੀ ਕੀਤਾ। INC ਮਾਨਤਾ ਪ੍ਰਾਪਤ ਕਾਲਜਾਂ ਦਾਖਲਾ ਕਰਾਇਆ ਜਾਊਗਾ, ਜਿਹਦੀ ਫਿਰ ਦੇਸ਼ ਭਗਤ ਯੂਨੀਵਰਸਿਟੀ ਭਰੂਗੀ। ਦੇਸ਼ ਭਗਤ ਯੂਨੀਵਰਸਿਟੀ ਹੋਰ ਕਾਲਜ ਦੇ ਦਾਖਲੇ ਸਮੇਂ ਹਰ ਕਾਗਜ਼ਾਤ ਦੇਣ ਲਈ ਪਾਬੰਦ ਹੋਊਗੀ ਦੇਸ਼ ਭਗਤ ਯੂਨੀਵਰਸਿਟੀ ਬੱਚਿਆਂ ਦੇ। ਉਸ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਵਿੱਚ ਅੱਗੇ ਤੋਂ ਨਰਸਿੰਗ ਦਾ ਕੋਈ ਦਾਖਲਾ ਨਹੀਂ ਹੋਊਗਾ, ਕਿਉਂਕਿ ਬਹੁਤ ਵੱਡਾ ਫਰਾਡ ਹੋਇਆ। ਜੋ ਸਰਕਾਰ ਨੇ ਲਿਖਤੀ ਦਿੱਤਾ ਮੈਂ ਉਹ ਸੁਣਾ ਰਿਹਾ ਤੁਹਾਨੂੰ। ਵਿਦਿਆਰਥੀਆਂ ਤੇ ਦਰਜ ਕੀਤਾ ਕੇਸ ਸਰਕਾਰ ਵਾਪਸ ਲੈ ਕੇ ਸਬੂਤ ਦੇਵੇਗੀ। ਜੋ ਸਾਡੇ ਕੋਲ ਪਹਿਲਾਂ ਹੀ ਪ੍ਰੂਫ ਆ ਗਿਆ ਵੀ ਜਿਹੜੀ FIR ਕੈਂਸਲ ਹੋ ਗਈ ਤੇ ਇੱਕ FIR ਨਵੀਂ ਦੇਸ਼ ਭਗਤ ਤੇ ਹੋ ਗਈ। ਉਸ ਤੋਂ ਬਾਅਦ ਸਰਕਾਰ ਵੱਲੋਂ ਮੈਡੀਕਲ ਰਜਿਸਟਰ ਪੰਜਾਬ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਕਿ ਯੂਨੀਵਰਸਿਟੀ ਦੇ ਚਾਂਸਲਰ ਖਿਲਾਫ ਸਖਤ ਕਾਰਵਾਈ ਹੋਵੇ। ਜੋ ਅਸੀਂ ਮੰਗਾ ਕੋਈ ਮੋਹਰ ਨਹੀਂ ਤੇ ਜੋ ਉਹਨਾਂ ਨੇ ਸਰਕਾਰ ਵੱਲੋਂ ਪੇਸ਼ਕਸ਼ ਦਿੱਤੀ ਆ ਉਹਦੇ ਉੱਪਰ ਕੋਈ ਸਰਕਾਰ ਦੀ ਸਟੈਂਪ ਨਹੀਂ ਲੱਗੀ। ਐਮਰਜੈਂਸੀ ਦੇ ਵਿੱਚ ਜਲਦੀ ਮੈਂ ਸਮਝਦਾ ਕਿ ਇਹ ਸਾਰਾ ਕੁਝ ਹੋ ਗਿਆ। ਚਲੋ ਅਸੀਂ ਲੜਕੀਆਂ ਨੂੰ ਪੁੱਛਿਆ ਜਿਹੜੇ ਸੰਘਰਸ਼ ਵਿੱਚ ਸੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਸੋ ਲੜਕੀਆਂ ਨੇ ਇਹ ਗੱਲ ਕੀਤੀ ਕਿ ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ 15-16 ਸਤੰਬਰ ਤੱਕ नहीं 15 दिन का 2 हफ्ते 2 हफ्ते का टाइम दिता। 5 अक्तूबर तक का 2 हफ्ते का टाइम प्रशासन ने दिता। और 2 हफ्तिਆਂ ਦੇ ਵਿੱਚ ਤੁਹਾਨੂੰ ਅਸੀਂ 10 ਲੱਖ ਰੁਪਏ ਚੈੱਕ ਦੇਵਾਂਗੇ ਪਰ ਲੜਕਾ ਜਿਹੜੇ ਵੀ ਇਸ ਸੀਗੇ ਮਤਲਬ ਜਿਨ੍ਹਾਂ ਨੂੰ ਇਫੈਕਟ ਨੇ ਉਹਦੇ 10 ਲੱਖ ਰੁਪਏ ਚੈੱਕ ਦਿੱਤਾ ਜਾਊਗਾ ਤੇ ਬੱਚੀਆਂ ਦੀ 15 ਦਿਨ ਦੇ ਵਿੱਚ ਵੱਖ-ਵੱਖ ਨਰਸਿੰਗ ਕਾਲਜਾਂ ਦੇ ਵਿੱਚ ਐਡਮਿਸ਼ਨ ਕਰਾਈ ਜਾਊ। ਜਿਹੜੀ ਇਹਨਾਂ ਦੀ INC ਵੱਲੋਂ ਨੈਸ਼ਨਲ ਨਰਸਿੰਗ ਵੱਲੋਂ ਜਿਹੜੀ ਉਹ ਮਾਨਤਾ ਪ੍ਰਾਪਤ ਕਾਲਜ ਹੋਣਗੇ, ਯੂਨੀਵਰਸਿਟੀ ਕਿਤੇ ਵੀ ਕਰਨਗੇ ਤੇ ਬੱਚਿਆਂ ਦਾ ਜੋ ਵੀ ਇੱਥੋਂ NOC ਚਾਹੀਦੀ ਹੋਊਗੀ ਜਾਂ ਇਹਨਾਂ ਰਿਜ਼ਲਟ ਚਾਹੀਦਾ ਹੋਊਗਾ, ਜੋ ਵੀ ਬੱਚੇ ਡਾਕੂਮੈਂਟ ਚਾਹੀਦੇ ਨੇ ਉਹ ਦੇਸ਼ ਭਗਤ ਯੂਨੀਵਰਸਿਟੀ ਦੇਣ ਦੀ ਪਾਬੰਦ ਹੋਊਗੀ। ਸੋ ਮੈਂ ਸਮਝਦਾ ਕਿ ਇਹ ਮੋਰਚੇ ਦੀ ਬਹੁਤ ਵੱਡੀ ਜਿੱਤ ਹੋਈ ਆ। ਚਲੋ ਸਰਕਾਰਾਂ ਦਾ ਵੀ ਕੰਮ ਹੁੰਦਾ ਕਿ ਲਾਹਾ ਲੈਣਾ। ਅੱਜ ਤੋਂ ਪਹਿਲਾਂ ਸਰਕਾਰ ਕਿੱਥੇ ਸੀ? ਅੱਜ ਤੋਂ ਪਹਿਲਾਂ ਸਾਡਾ MLA ਕਿੱਥੇ ਸੀ? ਅੱਜ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੰਤਰੀ ਕਿੱਥੇ ਸੀ ਜਦੋਂ ਬੱਚੀਆਂ ਨੂੰ ਕੁੱਟ ਕੇ ਧੱਕੇ ਨਾਲ ਬਾਹਰ ਸਿੱਟਿਆ ਗਿਆ, ਕੁੱਟਿਆ ਮਾਰਿਆ ਗਿਆ? ਜਿਹੜੇ ਸਾਡੇ ਧਾਰਮਿਕ ਚਿੰਨ੍ਹ, ਕੁੜੀਆਂ ਦਾ ਹਿਜਾਬ ਪਾੜੇ ਗਏ, ਚੁੰਨੀਆਂ ਪਾੜੀਆਂ ਗਈਆਂ, ਮੁੰਡਿਆਂ ਦੇ ਸਿਰ ਪਾੜੇ ਗਏ, ਉਦੋਂ ਪੰਜਾਬ ਸਰਕਾਰ ਭਗਵੰਤ ਮਾਨ ਕਿੱਥੇ ਸੀ? ਉਦੋਂ ਗੈਰੀ ਬਣੀ ਕਿੱਥੇ ਸੀਗਾ? ਸਾਨੂੰ ਕਹਿੰਦਾ ਰਾਜਨੀਤੀ ਕਰਦੇ ਆ। ਅਸੀਂ ਰਾਜਨੀਤੀ ਕਰ ਰਹੇ ਹੋ ਕਿ ਤੁਸੀਂ ਦੇਸ਼ ਭਗਤ ਯੂਨੀਵਰਸਿਟੀ ਹੱਥ ਠੋਕੇ ਬਣ ਕੇ ਬੱਚਿਆਂ ਨਾਲ ਅਤਿਆਚਾਰ ਕਰ ਰਹੇ ਹੋ? ਇਹ ਤਾਂ ਅੱਜ ਸਰਕਾਰ ਸੜਕਾਂ ਤੇ ਉਤਰੇ ਆ ਅਸੀਂ ਤਾਂ ਸਰਕਾਰ ਨੂੰ ਡਰਦੇ ਹੋਏ ਆਉਣਾ ਪਿਆ ਕਿਤੇ ਇਹ ਲੋਕਾਂ ਦੇ ਹੱਥ ਸਾਡੇ ਲੋਕ ਸਰਕਾਰ ਦੇ ਗੱਲ ਨੂੰ ਨਾ ਪੈਣ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ। ਇਹ ਸਾਰੇ ਮੋਰਚੇ ਜਿੱਤ ਹੋਈ ਆ, ਇਹ ਸਾਰੀ ਤੁਹਾਡੀ ਜਿੱਤ ਹੋਈ ਆ। ਇਸ ਗੱਲ ਦਾ ਸਾਂਝਾ ਮੋਰਚਾ ਜੋ ਸਾਡਾ ਵਿਦਿਆਰਥੀ ਇਨਸਾਫ ਸਾਂਝਾ ਮੋਰਚਾ ਸੰਘਰਸ਼ ਮੋਰਚਾ ਸੀ, ਉਹਦੇ ਵਿੱਚ ਜਿਹੜੇ ਵੀ ਚਾਹੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ, ਜਿਨ੍ਹਾਂ ਨੇ ਅਖਬਾਰਾਂ ਦੇ ਰਾਹੀਂ ਧਰਨੇ ਵਿੱਚ ਸ਼ਾਮਲ ਹੋ ਕੇ, ਜਿਹੜੇ ਵੀ ਬੱਚੇ ਸਾਡੇ ਨਾਲ ਖੜੇ ਆ, ਉਹਨਾਂ ਨੂੰ
ਐਸਜੀਪੀਸੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ, ਲਗਾਤਾਰ ਹੁਣ ਵੀ ਆਇਆ ਹੋਇਆ। ਸੋ ਉਹਨਾਂ ਦੇ ਮਾਪਿਆਂ ਨੂੰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਤੁਹਾਡੇ ਬੱਚੇ ਬੱਚੀਆਂ ਸਾਡੀ ਭੈਣਾਂ ਨੇ, ਭਰਾ ਨੇ। ਇਹ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਆਊਗਾ ਤਾਂ ਪੰਜਾਬ 'ਚ ਮਹਿਫੂਜ਼ ਰਹੂਗਾ। ਅਸੀਂ ਉਹਦੇ ਜਿੱਦੇ ਸਾਨੂੰ ਬੁਲਾਉਣਗੇ ਅਸੀਂ ਨਾਲ ਆ। ਤੇ 2 ਹਫ਼ਤੇ ਬਾਅਦ ਜੇ ਇਹ ਇਨਸਾਫ ਨਾ ਮਿਲਿਆ, ਸਰਕਾਰ ਵੱਲੋਂ ਕੀਤੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਮੋਰਚਾ ਫਿਰ ਸੜਕ ਤੋਂ ਸ਼ੁਰੂ ਹੋਊਗਾ, ਨਾ ਕਿ ਏਜੰਸੀ ਗੇਟ ਤੋਂ ਸ਼ੁਰੂ ਹੋਊਗਾ। ਸੋ ਬਾਕੀ ਦੀ ਗੱਲਬਾਤ ਜਥੇਦਾਰ ਸਾਹਿਬ ਦੱਸਣਗੇ। ਧੰਨਵਾਦ। ਸਾਰੇ ਹੀ ਪ੍ਰੈਸ ਵਾਲੇ ਵੀਰ ਤੇ ਸਾਰੇ ਹੀ ਸਰੋਤੇ, ਅਮਨ ਪਸੰਦ ਲੋਕ ਜਿਹੜੇ ਜਮਹੂਰੀਅਤ ਨੂੰ ਪਿਆਰ ਕਰਦੇ ਨੇ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਸਲਾਮ ਵਾਲੇਕਮ, ਰਾਮ ਰਾਮ। ਰਾਜੂ ਖੰਨਾ ਜੀ ਨੇ ਜਿਹੜੀ ਗੱਲ ਦੱਸੀ ਆ, ਇਹ ਰੇੜਕਾ ਬਹੁਤ ਹੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। 2020 ਤੋਂ ਇਹਦੀ ਫਰੌਡ ਦੀ ਸ਼ੁਰੂਆਤ ਹੋਈ ਸੀ, ਜਿਹੜੀ ਕਿ ਬੱਚਿਆਂ ਨੂੰ ਹਰ ਵਾਰ ਗੁੰਮਰਾਹ ਕਰਦੇ ਕਰਦੇ ਇਹ ਅੱਜ 2023 ਵਿੱਚ ਆ ਗਿਆ। ਜਦੋਂ ਬੱਚਿਆਂ ਨੇ 2022 ਮਈ ਦੇ ਵਿੱਚ ਵੀ ਆਪਣਾ ਇਹ ਰੋਸ ਜ਼ਾਹਰ ਕੀਤਾ ਸੀ, ਜਿਸ ਦਿਨ ਭਗਵੰਤ ਮਾਨ ਸਹੁੰ ਚੱਕ ਰਿਹਾ ਸੀ, ਉਸ ਦਿਨ ਇਹਨਾਂ ਬੱਚਿਆਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ ਸੀ। ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਪਰ ਧਰਨਾ ਲੱਗਿਆ 6-7 ਦਿਨ ਲਗਾਤਾਰ ਲੱਗਿਆ। ਉਹ ਧਰਨੇ ਦੇ ਵਿੱਚ ਫਿਰ ਮੈਨੇਜਮੈਂਟ ਨੇ ਤੇ ਸਰਕਾਰ ਨੇ ਮੰਗਾਂ ਮੰਨੀਆਂ ਸੀ, ਜਿਹੜੇ ਆਪਣੇ ਕੋਲ ਦਸਤਾਵੇਜ਼ ਵੀ ਪਏ ਨੇ, ਤੇ ਉਹ ਫਿਰ ਬਾਅਦ ਵਿੱਚ ਫਿਰ ਮੁੱਕਰ ਗਏ। ਕਿਉਂ ਮੁੱਕਰੇ? ਕਿਉਂਕਿ ਜਿਹੜਾ ਅਲਟੀਮੇਟਮ ਦਿੱਤਾ ਸੀ ਉਹਨਾਂ ਨੇ, ਉਹਦੇ ਤੋਂ ਬਾਅਦ ਕਸ਼ਮੀਰੀ ਬੱਚਿਆਂ ਦੇ ਨਾਲ ਅਸੀਂ ਨੇ ਗੱਲਬਾਤ ਕੀਤੀ, ਮੁੰਡਿਆਂ ਦੇ ਨਾਲ ਗੱਲਬਾਤ ਕੀਤੀ, ਪਰ ਇਹਨਾਂ ਨੂੰ ਡਰਾ ਧਮਕਾਇਆ ਨਾ ਲਿਆ। ਇਹ ਮੁੜ ਕੇ ਸੜਕ ਤੇ ਹੀ ਨਹੀਂ ਆਏ। ਪਰ ਹੁਣ ਦੁਬਾਰੇ ਇਹਨਾਂ ਨੂੰ ਕਿਉਂ ਆਉਣਾ ਪਿਆ? ਜਦ ਇਹਨਾਂ ਨੂੰ ਦੇਖਿਆ ਵੀ ਸਾਡੇ ਨਾਲ ਫਿਰ ਉਹੀ ਧੋਖਾ ਚੱਲ ਰਿਹਾ, ਫਰਾਡ ਆ, ਸਾਡੀ ਤਾਂ ਜ਼ਿੰਦਗੀ ਬਰਬਾਦ ਹੋ ਗਈ। 4 ਸਾਲ ਜਿਹੜੇ ਲਾਉਣੇ ਨੇ ਉਹ ਬਰਬਾਦ ਹੋ ਗਏ, ਪੈਸਾ ਬਰਬਾਦ ਹੋ ਗਿਆ, ਸਮਾਂ ਬਰਬਾਦ ਹੋ ਗਿਆ, ਸਭ ਤੋਂ ਜ਼ਰੂਰੀ ਜਿਹੜਾ ਭਵਿੱਖ ਖਰਾਬ ਹੋ ਗਿਆ। ਫਿਰ ਇਹ ਆ ਕੇ ਸੜਕਾਂ ਤੇ ਆਏ। ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ, ਕਾਹਨ ਸਿੰਘ ਵਾਲਾ ਜੀ ਨਾਲ ਗੱਲਬਾਤ ਵੀ ਹੋਈ ਤੇ ਇਸ ਮੋਰਚੇ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ। ਆ ਕੇ ਵੀ ਗੱਲ ਰੱਖ ਕੇ ਗਏ। ਬਲਜਿੰਦਰ ਸਿੰਘ ਜੀ ਲਸੋਈ, ਸਰਦਾਰ ਪ੍ਰਗਟ ਸਿੰਘ ਜੀ ਚੀਮਾ, ਜਥੇਦਾਰ ਜਸਵੰਤ ਸਿੰਘ ਜੀ ਚੀਮਾ ਲੁਧਿਆਣਾ ਤੋਂ, ਉਹਨਾਂ ਦੇ ਨਾਲ ਮੁਸਲਿਮ ਭਾਈਚਾਰੇ ਦੇ ਲੋਕ ਮੁਹੰਮਦ ਚਾਹ ਜੀ, ਤੇ ਸਾਡੇ ਜਿਹੜੇ ਹਿੰਦੂ ਮਹਾਸਭਾ ਦੇ ਪ੍ਰਧਾਨ ਨੇ ਪੂਰੇ ਇੰਡੀਆ ਦੇ, ਉਹ ਸਰਦਾਰ ਨਮਨੀਤ ਕੁਮਾਰ ਜੀ ਗੋਪੀ ਜੀ ਲੁਧਿਆਣੇ ਤੋਂ ਵੀ ਆਏ। ਆਪਣੇ ਏਰੀਏ ਦੇ ਜਿਹੜੇ ਪੂਰੇ ਦੇ ਆਪਣੇ ਹਰਦੇਵ ਸਿੰਘ ਜੀ ਸਮਸਪਰ, ਆਨੰਦਵੀਰ ਸਿੰਘ ਜੀ, ਇਹ ਸਾਰੇ ਪਹਿਲੇ ਦਿਨ ਤੋਂ ਹੀ ਜਿਹੜੇ ਆਪ ਜੀ ਦੇ ਨਾਲ ਸੇਵਾ ਕਰ ਰਹੇ ਨੇ। ਇਸ ਇਨਸਾਫ ਦਿਵਾਓ ਵਿਦਿਆਰਥੀਆਂ ਨੂੰ ਮੋਰਚੇ ਦੇ ਵਿੱਚ ਆ ਜਿਹੜਾ ਸਰਕਾਰ ਨੇ ਦਸਤਾਵੇਜ਼ ਭੇਜਿਆ, ਇਹ ਤੁਸੀਂ ਦੇਖੋ, ਇਹਦੇ ਤੇ ਕੋਈ ਮੋਹਰ ਨਹੀਂ ਆ। ਇਹਦੇ ਤੇ ਸਿਰਫ ਇੱਕ ਐ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ ਕਿ ਬੁਲਦ ਮੂਤਣ ਵਾਲੀ ਗੱਲ ਕੀਤੀ, ਉੱਦਾਂ ਦਾ ਨਿਸ਼ਾਨ ਪਾਇਆ ਹੋਇਆ, ਉੱਦਾਂ ਦੇ ਸਾਈਨ ਕੀਤੇ ਹੋਏ ਨੇ। ਠੇਠ ਪੰਜਾਬੀ ਬੋਲਦੇ ਆਪਾਂ ਪੰਜਾਬੀ। ਇਹ ਦੂਸਰਾ ਪੇਜ ਦੇਖ ਲਓ, ਇਹਦੇ ਵਿੱਚ ਵੀ ਦੇਖ ਲਓ, ਕੋਈ ਮੋਹਰ ਨਹੀਂ ਆ, ਕੁਛ ਨਹੀਂ ਆ। ਇਹ ਸਾਰਾ ਜਿਹੜਾ ਜੁਗਾੜ ਕੀਤਾ ਗਿਆ, ਇਹ ਸਾਰਾ ਬੱਚਿਆਂ ਨੂੰ ਜਿਹੜਾ ਭਰਮਾਉਣ ਦੇ ਲਈ ਕੀਤਾ ਗਿਆ। ਇਹ ਸਾਰਾ ਇਹਨਾਂ ਦੇ ਨਾਲ ਫਿਰ ਖਿਲਵਾੜ ਕਰਨ ਦੇ ਲਈ ਕੀਤਾ ਗਿਆ। ਲਾਸਟ ਪੇਜ ਆ ਪਿਆ, ਕੋਈ ਇਹਦੇ ਤੇ ਸਰਕਾਰੀ ਸਟੈਂਪ ਨਹੀਂ ਆ, ਕੋਈ ਵੀ ਇਹਦੇ ਤੇ ਕੁਝ ਨਹੀਂ ਆ। ਇਸ ਕਰਕੇ ਜਿਹੜਾ ਵਿਦਿਆਰਥੀਆਂ ਨੂੰ ਇਨਸਾਫ ਦਿਵਾਓ ਸਾਂਝਾ ਮੋਰਚਾ, ਸਾਰੇ ਨੇ ਇੱਕ ਬੈਠ ਕੇ ਰਾਏ ਕੀਤੀ ਆ ਕਿ ਭਵਿੱਖ ਦੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਫਿਰ ਫਰਾਡ ਹੋ ਸਕਦਾ, ਧੋਖਾ ਹੋ ਸਕਦਾ। ਸਰਕਾਰ ਤੇ ਮੈਨੇਜਮੈਂਟ ਤੇ ਪ੍ਰਸ਼ਾਸਨ ਆਪਣੀ ਗੱਲ ਤੋਂ ਮੁੱਕਰ ਸਕਦਾ। ਇਸ ਲਈ ਜਿਹੜਾ 14 ਦਿਨਾਂ ਦਾ ਸਮਾਂ ਦਿੱਤਾ ਗਿਆ, ਅਸੀਂ ਸਾਰੇ ਬੱਚਿਆਂ ਨੂੰ ਜਿਹੜੇ ਕਸ਼ਮੀਰ ਦੇ ਨੇ ਧੀਆਂ ਸਾਡੀਆਂ ਤੇ ਲੜਕੇ, ਤੇ ਪੰਜਾਬ ਦੀਆਂ ਸਾਡੀਆਂ ਧੀਆਂ ਨੇ, ਲੜਕੇ ਨੇ, ਤੇ ਬਿਹਾਰ ਦੇ ਸਾਡੀਆਂ ਧੀਆਂ ਤੇ ਲੜਕੇ ਨੇ, ਉਹਨਾਂ ਨੂੰ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਆਪ ਜੀ ਇਸ ਚੀਜ਼ ਤੇ ਸਤਰਕ ਰਹੋ, ਸਾਰੇ ਆਪਣੇ ਨਿਗਾਹ ਰੱਖੋ, ਕਿਉਂਕਿ ਤੁਹਾਡੀ ਇਹ ਜ਼ਿੰਦਗੀ ਦਾ ਸਵਾਲ ਆ। ਤੁਹਾਡੀ ਜ਼ਿੰਦਗੀ ਦੇ ਨਾਲ ਜੇ ਖਿਲਵਾੜ ਹੋਇਆ ਤਾਂ ਤੁਹਾਨੂੰ ਫਿਰ ਸੜਕਾਂ ਤੇ ਆਉਣਾ ਪਊਗਾ 14 ਦਿਨਾਂ ਤੋਂ ਬਾਅਦ। ਫਿਰ ਤੁਸੀਂ ਤਕੜੇ ਹੋ ਕੇ ਸੜਕ ਤੇ ਆਓ, ਤੇ ਫਿਰ ਆਪਾਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਇਸ ਤਰ੍ਹਾਂ ਨਾਲ
ਕਿਸੇ ਦੇ ਵੀ ਭਰੋਸੇ ਵਿੱਚ ਨਾ ਆਓ। ਹੁਣ ਇਹ ਜਿਹੜੀ ਮੇਨ ਮਕਸਦ ਦੀ ਲੜਾਈ ਆ, ਇਹ ਲੜਾਈ ਸਾਡੀ ਨਾ ਤਾਂ ਯੂਨੀਵਰਸਿਟੀ ਨਾਲ ਸਾਡੀ ਕੋਈ ਦੁਸ਼ਮਣੀ ਆ, ਨਾ ਸਾਡੀ ਕੋਈ ਪ੍ਰਸ਼ਾਸਨ ਨਾਲ ਦੁਸ਼ਮਣੀ ਆ, ਨਾ ਸਾਡੀ ਕੋਈ ਮੌਜੂਦਾ ਸਰਕਾਰ ਨਾਲ ਦੁਸ਼ਮਣੀ ਆ। ਸਾਡੀ ਦੁਸ਼ਮਣੀ ਕਿਹਦੇ ਨਾਲ ਆ? ਜਿਹੜੀ ਬੇਇਨਸਾਫੀ ਹੋ ਰਹੀ ਆ। ਸਾਡੀ ਦੁਸ਼ਮਣੀ ਆ ਜਿਹੜਾ ਬੱਚਿਆਂ ਤੇ ਲਾਠੀ ਚਾਰਜ ਕੀਤਾ ਗੈਰ ਕਾਨੂੰਨੀ ਤਰੀਕੇ ਦੇ ਨਾਲ, ਉਹ ਗੱਲ ਤੇ ਸਾਡੀ ਦੁਸ਼ਮਣੀ ਆ। ਸਾਡੀ ਦੁਸ਼ਮਣੀ ਆ ਕਿ ਇਹਨਾਂ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਸਾਰਾ ਖਰਾਬ ਕਰ ਦਿੱਤਾ ਹੈ। ਉਸ ਨੂੰ ਮੁੜ ਲੀਹ ਤੇ ਲਿਆਉਣ ਦੇ ਲਈ ਅਸੀਂ ਮੈਨੇਜਮੈਂਟ ਦੇ ਨਾਲ ਇਹ ਗੱਲ ਕਰੀ ਆ ਕਿ ਤੁਸੀਂ ਇਹਨਾਂ ਨੂੰ ਇਨਸਾਫ ਦਿਓ। ਜਦੋਂ ਬੱਚਿਆਂ ਨੂੰ ਐਡਮਿਸ਼ਨ ਕਰਨ ਦੇ ਲਈ ਇਹ ਲਗਾਤਾਰ ਇਹਨਾਂ ਦੇ ਪਿੰਡਾਂ 'ਚ ਜਾਂਦੇ ਨੇ, ਸ਼ਹਿਰਾਂ ਵਿੱਚ ਜਾਂਦੇ ਨੇ, ਇਹਨਾਂ ਦੇ ਨਾਲ ਬੈਠ ਕੇ ਮਾਂ-ਬਾਪਾਂ ਨਾਲ ਗੱਲ ਕਰਦੇ ਨੇ ਕਿ ਤੁਸੀਂ ਸਾਡੇ ਕਾਲਜਾਂ 'ਚ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜੋ ਪੜ੍ਹਨ ਦੇ ਲਈ। ਤੇ ਫਿਰ ਇਹ ਤੁਹਾਡੇ ਬੱਚੇ ਜਦੋਂ ਘਰ ਤੋਂ ਪੈਰ ਪਟ ਲਿਆ ਯੂਨੀਵਰਸਿਟੀ ਜਾਂ ਕਾਲਜ ਵੱਲ, ਇਹ ਤੁਹਾਡੇ ਨਹੀਂ, ਸਾਡੇ ਬੱਚੇ ਨੇ। ਇਹਨਾਂ ਦੀ ਦੁੱਖ ਤਕਲੀਫ ਸਾਰੀ ਮੈਨੇਜਮੈਂਟ ਝੱਲੂਗਾ, ਇਹ ਸਾਰੀ ਦੇਖ ਰੇਖ ਮੈਨੇਜਮੈਂਟ ਕਰੂਗਾ। ਪਰ ਜਦੋਂ ਬੱਚਿਆਂ ਨੂੰ ਹਕੀਕਤ ਦੇ ਵਿੱਚ ਦੁੱਖ ਤਕਲੀਫ ਆਉਂਦੀ ਆ, ਇਹ ਬੱਚੇ ਮੈਨੇਜਮੈਂਟ ਕੋਲ ਜਾਂਦੇ ਨੇ ਵੀ ਸਾਨੂੰ ਆਹ ਤਕਲੀਫ ਹੈ, ਸਾਨੂੰ ਇਸ ਚੀਜ਼ ਤੇ ਸ਼ੰਕਾ ਹੈ, ਇਹਨੂੰ ਪੂਰਾ ਕਰੋ। ਪਰ ਫਿਰ ਉਹ ਕੀ ਕਰਦੇ ਨੇ? ਇਹਨਾਂ ਬੱਚਿਆਂ ਨੂੰ ਇਨਸਾਫ ਨਹੀਂ ਦਿੰਦੇ। ਫਿਰ ਇਹ ਬੱਚਿਆਂ ਨੂੰ ਧਰਨਾ ਲਾਉਣਾ ਪੈਂਦਾ। ਫਿਰ ਇਹਨਾਂ ਨੂੰ ਇੱਕ ਝੂਠੀ ਅਫਵਾਹ ਆਈ ਜਾਂਦੀ ਆ ਕਿ ਬੱਚੇ ਹਿੰਸਕ ਹੋ ਗਏ, ਬੱਚਿਆਂ ਨੇ ਭੰਨ ਤੋੜ ਕਰ ਦਿੱਤੀ। ਭੰਨ ਤੋੜ ਖੁਦ ਕਰਕੇ ਇਹਨਾਂ ਵਿਦਿਆਰਥੀਆਂ ਦੇ ਇਲਜ਼ਾਮ ਲਾ ਦਿੱਤਾ ਜਾਂਦਾ। ਇਹ ਬੱਚੇ ਇਹੀ ਮੰਗ ਕਰਦੇ ਨੇ ਜਿਵੇਂ ਸਾਡੇ ਘਰ ਦੇ ਵਿੱਚ ਜਾ ਕੇ ਬੈਠ ਕੇ ਸਾਡੇ ਮਾਂ-ਬਾਪਾਂ ਨੂੰ ਭਰੋਸਾ ਦਿੰਦੇ ਹੋ, ਇੱਥੇ ਵੀ ਸਾਡੇ ਵਿੱਚ ਬੈਠ ਕੇ ਉਹ ਗੱਲ ਕਰਿਆ ਕਰੋ, ਉਸੇ ਤਰ੍ਹਾਂ ਨਾਲ ਸਾਡੇ ਨਾਲ ਪ੍ਰੇਮ ਤੇ ਭਾਵਨਾ ਨਾਲ ਰਿਹਾ ਕਰੋ। ਇੱਥੇ ਆ ਕੇ ਜਿਹੜਾ ਮੈਨੇਜਮੈਂਟ ਉਹ ਭੱਜ ਜਾਂਦਾ, ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਮੁਕਤ ਹੋ ਕੇ ਪੱਲਾ ਝਾੜ ਜਾਂਦਾ। ਇਸ ਲਈ ਇਹ ਜਿਹੜਾ ਰੌਲਾ ਪੈ ਰਿਹਾ। ਜਦੋਂ ਆਪਾਂ ਇੱਕ ਘਰ ਦੀ ਗੱਲ ਕਰੀਏ ਛੋਟੇ ਦੀ, ਇੱਕ ਘਰ ਦੇ ਵਿੱਚ ਜਿਹੜਾ ਸਾਡਾ ਘਰ ਦਾ ਮੁਖੀਆ ਲਾਣੇਦਾਰ ਆ, ਉਹ ਸਾਡੇ ਦੂਜੇ ਭਰਾਵਾਂ ਦੇ ਨਾਲ ਬੇਇਨਸਾਫੀ ਕਰੂਗਾ ਤੇ ਉਹ ਸਾਡੇ ਭਰਾ ਆਪਣੇ ਲਾਣੇਦਾਰ ਨੂੰ ਕਹਿਣਗੇ ਵੀ ਸਾਡੇ ਨਾਲ ਬੇਇਨਸਾਫੀ ਹੁੰਦੀ ਆ। ਜੋ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਨਹੀਂ ਕਰੂਗਾ, ਉਹਨਾਂ ਦੀ ਗੱਲ ਸੁਣ ਕੇ ਉਹਨਾਂ ਤੇ ਅਮਲ ਨਹੀਂ ਕਰੂਗਾ, ਉਹਨਾਂ ਨੂੰ ਉਲਟਾ ਜ਼ਬਰਦਸਤੀ ਨਾਲ ਥੱਲੇ ਦਬਾਊਗਾ, ਫਿਰ ਉਹ ਘਰ ਟੁੱਟ ਜਾਂਦਾ, ਉਹ ਘਰ ਪਾੜ ਜਾਂਦਾ, ਉਹ ਘਰ ਜ਼ਿਆਦਾ ਦੇਰ ਨਹੀਂ ਚੱਲਦਾ। ਇਹੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਕੰਮ ਆ, ਇਹੀ ਸਾਰੀਆਂ ਸੰਸਥਾਵਾਂ ਦਾ ਕੰਮ ਆ। ਇਸ ਤਰੀਕੇ ਨਾਲ ਇਹਨਾਂ ਬੱਚਿਆਂ ਤੇ ਜਿਹੜਾ ਬੜਾ ਜ਼ਬਰ ਤੇ ਜ਼ੁਲਮ ਹੋਇਆ, ਉਹਦੇ ਅਸੀਂ ਖਿਲਾਫ ਲੜਾਈ ਲੜੀ ਆ। ਵਿਦਿਆਰਥੀਆਂ ਨੂੰ ਇਨਸਾਫ ਦਿਵਾਓ ਸਾਂਝੇ ਮੋਰਚੇ ਨੇ ਲੜੀ ਆ। ਇਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ, ਸਾਰੇ ਹੀ ਆਪਣੇ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਰੇ ਆਈਆਂ ਨੇ, ਔਰ ਸਾਰੀਆਂ ਸੰਸਥਾਵਾਂ ਨੇ। ਇਹ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪ੍ਰਿੰਟ ਮੀਡੀਆ ਦਾ ਧੰਨਵਾਦ ਕਰਦੇ ਹਾਂ, ਇਲੈਕਟ੍ਰੋਨਿਕਸ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਗੱਲ ਨੂੰ ਸਿਰੇ ਪਹੁੰਚਾਇਆ।